Hello guys, let's do revision of remaining parts of articles. So in previous video we have done with the part 4th A. So now we are going to continue with the part. It deals with the union government. So ਇਹਦੇ ਵਿੱਚ include ਨੇ article 52 ਤੋਂ ਲੈ ਕੇ article 151 ਤੱਕ. So article 52 ਤੋਂ ਲੈ ਕੇ article 61 ਡੀਲ ਕਰਦੇ ਨੇ ਪ੍ਰੈਜ਼ੀਡੈਂਟ ਦੇ ਨਾਲ that associated with the president. ਜੋ ਕਿ ਆਰਟੀਕਲ 52 ਡੀਲ ਕਰਦਾ ਆ ਦੇयर ਸ਼ੈਲ ਬੀ ਅ ਪ੍ਰੈਜ਼ੀਡੈਂਟ ਆਫ ਇੰਡੀਆ, ਸਾਡੇ ਦੇਸ਼ ਦਾ ਇੱਕ ਪ੍ਰੈਜ਼ੀਡੈਂਟ ਹੋਣਾ ਚਾਹੀਦਾ ਆ। ਇਹ ਆਰਟੀਕਲ 52 ਦੇ ਵਿੱਚ ਲਿਖਿਆ ਹੋਇਆ। ਆਰਟੀਕਲ 53 ਡੀਲ ਕਰਦਾ ਆ ਪਾਵਰਸ ਆਫ ਪ੍ਰੈਜ਼ੀਡੈਂਟ ਦੀਆਂ ਜੋ ਵੀ ਪਾਵਰਸ ਹੁੰਦੀਆਂ ਨੇ ਉਹ ਸਭ ਇਹਦੇ ਵਿੱਚ ਹੀ ਇਨਕਲੂਡ ਹੁੰਦੀਆਂ ਨੇ। ਅਤੇ ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਹੈ ਕਿਹਨੂੰ ਅਪੋਇੰਟ ਕਰਨ ਦੀ, ਉਹ ਆਪਾਂ ਇੱਕ ਵਾਰੀ ਵੇਖ ਲੈਂਦੇ ਹਾਂ ਕਿਉਂਕਿ ਕਈ ਵਾਰੀ ਮੋਸਟਲੀ ਕੁਐਸਚਨ ਆਸਕ ਹੋ ਜਾਂਦਾ ਕਿ ਇਹਨੂੰ ਕੌਣ ਅਪੋਇੰਟ ਕਰਦਾ, ਇਹਨੂੰ ਕੌਣ ਅਪੋਇੰਟ ਕਰਦਾ। ਕਾਊਂਸਲ ਆਫ ਮਿਨਿਸਟਰ ਨੂੰ ਅਪੋਇੰਟ ਕਰਦਾ ਆ, ਪ੍ਰਾਈਮ ਮਿਨਿਸਟਰ ਨੂੰ ਕਰਦਾ ਆ, ਕੈਬਨਿਟ ਮਿਨਿਸਟਰ ਨੂੰ ਕਰਦਾ ਆ, ਅਟੋਰਨੀ ਜਨਰਲ ਆਫ ਇੰਡੀਆ ਨੂੰ ਕਰਦਾ ਆ, ਕੈਗ ਨੂੰ ਕਰਦਾ ਆ, ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਕਰਦਾ ਆ, UPSC ਗਵਰਨਰ, ਜੱਜਸ ਆਫ ਸੁਪਰੀਮ ਕੋਰਟ, ਹਾਈ ਕੋਰਟ, ਪ੍ਰੋ ਟਰਮ ਸਪੀਕਰ ਸਭ ਨੂੰ ਅਪੋਇੰਟ ਕਰਦਾ ਆ, ਸਭ ਨੂੰ ਅਪੋਇੰਟ ਕਰਨ ਦੀ। ਸੋ ਆਰਟੀਕਲ 54 ਜੋ ਕਿ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਨਾਲ ਡੀਲ ਕਰਦਾ ਆ। ਪ੍ਰੈਜ਼ੀਡੈਂਟ ਇਜ਼ elected by an electoral college which consists elected member of both houses of parliament, the elected member of legislative assembly of all states, NCT of Delhi and UT of Puducherry। ਇਹ ਸਾਰੇ ਮਿਲ ਕੇ ਹੀ ਪ੍ਰੈਜ਼ੀਡੈਂਟ ਨੂੰ ਇਲੈਕਟ ਕਰ ਸਕਦੇ ਨੇ। ਉਸ ਤੋਂ ਬਾਅਦ ਆਇਆ ਆਰਟੀਕਲ 55 ਜੋ ਡੀਲ ਕਰਦਾ ਹੈ ਮੈਥਡ ਆਫ ਇਲੈਕਸ਼ਨਸ ਬਾਈ ਆਫ ਪ੍ਰੈਜ਼ੀਡੈਂਟ, ਜੋ ਕਿ ਅਡੋਪਟ ਕੀਤਾ ਸੀਗਾ ਆਇਰਲੈਂਡ ਤੋਂ। ਆਪਾਂ ਪੜ੍ਹਿਆ ਸੀ ਨਾ ਬੋਰੋ ਫੀਚਰ ਦੇ ਵਿੱਚ ਕਿ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆਪਾਂ ਕਿੱਥੋਂ ਬੋਰੋ ਕੀਤਾ, ਆਇਰਲੈਂਡ ਤੋਂ। ਉਸ ਤੋਂ ਬਾਅਦ ਆਇਆ ਕਿ ਆਰਟੀਕਲ 56 'ਚ ਆਪਾਂ ਡੀਲ ਕਰਦੇ ਹਾਂ ਟੈਨੁਅਰ ਆਫ ਪ੍ਰੈਜ਼ੀਡੈਂਟ, ਕਿ ਮਤਲਬ ਕਿ ਪ੍ਰੈਜ਼ੀਡੈਂਟ ਦੇ ਟੈਨੁਅਰ ਕਿੰਨਾ ਹੋਣਾ ਚਾਹੀਦਾ, ਜੋ ਕਿ 5 years ਹੋਣਾ ਚਾਹੀਦਾ। ਜਾਂ 57 ਜੋ ਕਿ ਡੀਲ ਕਰਦਾ ਆ ਵਿਦ ਦ ਐਲੀਜੀਬਿਲਿਟੀ ਕੰਡੀਸ਼ਨਸ ਫੋਰ ਰੀ ਇਲੈਕਸ਼ਨ ਆਫ ਦ ਪ੍ਰੈਜ਼ੀਡੈਂਟ, ਜਦੋਂ ਕਿਸੇ ਨੂੰ ਰੀ ਇਲੈਕਟ ਕਰਨਾ ਹੋਏ ਉਹ ਡੀਲ ਕਰਦਾ ਆ ਆਰਟੀਕਲ 57 ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਆਰਟੀਕਲ 58 ਜੋ ਕਿ ਕੁਆਲੀਫਿਕੇਸ਼ਨ ਫੋਰ ਇਲੈਕਸ਼ਨ ਐਜ਼ ਪ੍ਰੈਜ਼ੀਡੈਂਟ ਦੀ ਕੀ ਕੁਆਲੀਫਿਕੇਸ਼ਨ ਹੋਣੀਆਂ ਚਾਹੀਦੀਆਂ, ਕੀ ਕ੍ਰਾਈਟੀਰੀਆ ਹੋਣਾ ਚਾਹੀਦਾ, ਮਤਲਬ ਉਹ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ, ਪਲੱਸ ਉਹਦੀ ਮਿਨੀਮਮ ਏਜ 35 years ਹੋਣੀਆਂ ਚਾਹੀਦੀਆਂ, 35 ਤੋਂ ਛੋਟਾ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਆ ਗਿਆ ਆਰਟੀਕਲ 60 ਜੋ ਕਿ ਓਥ ਆਫ ਪ੍ਰੈਜ਼ੀਡੈਂਟ ਨਾਲ ਡੀਲ ਕਰਦਾ ਆ, ਅਤੇ ਓਥ ਉਹ ਲੈਂਦਾ ਆ ਬਾਏ ਦ ਚੀਫ ਜਸਟਿਸ ਆਫ ਇੰਡੀਆ ਜਾਂ ਫਿਰ ਸੀਨੀਅਰ ਮੋਸਟ ਜੱਜ ਹੋਏ ਜੋ ਵੀ ਸੁਪਰੀਮ ਕੋਰਟ ਦਾ CGI ਦੀ ਐਬਸੈਂਟ ਦੇ ਵਿੱਚ। ਸੋ ਆਪਾਂ ਇਹਨੂੰ ਐਵੇਂ 0 ਸੇਮ ਆ। ਸੋ ਆਪਾਂ ਇਹਨੂੰ ਇਹਦੇ ਤੋਂ ਵੀ ਰਿਲੇਟ ਕਰ ਸਕਦੇ ਹਾਂ ਓਥ 60 ਆਫ ਪ੍ਰੈਜ਼ੀਡੈਂਟ ਜੋ ਕਿ ਇਹ ਡੀਲ ਕਰਦਾ ਆ ਕਿ ਆਪਾਂ ਪ੍ਰੈਜ਼ੀਡੈਂਟ ਕਿਵੇਂ ਰਿਮੂਵ ਹੋ ਸਕਦਾ ਆ ਸੀਟ ਤੋਂ, ਜੋ ਕਿ ਅਡੋਪਟ ਹੋਇਆ ਸੀਗਾ USA ਤੋਂ। ਅਤੇ ਮੈਜੋਰਿਟੀ ਆਫ 2/3 ਮੈਂਬਰਸ ਪ੍ਰੈਜ਼ੀਡੈਂਟ ਗੈਟ ਨੋਟਿਸ ਆਫ 14 days ਐਂਡ 15th day ਪ੍ਰੋਸੈਸ ਆਫ ਇੰਪੀਚਮੈਂਟ ਸਟਾਰਟਡ ਫਰੋਮ ਦ ਸੇਮ ਹਾਊਸ। ਸੋ ਨੈਕਸਟ ਆਪਾਂ ਇਲੈਕਟ ਕਰਨ ਦੀ ਮਿਨੀਮਮ ਏਜਸ ਚੈੱਕ ਕਰ ਲੈਂਦੇ ਹਾਂ। ਮਿਨੀਮਮ ਏਜਸ ਟੂ ਬੀ ਕੰਡਕਟ ਪੰਚਾਇਤ ਮੈਂਬਰ ਨੂੰ ਕੰਡਕਟ ਕਰਨ ਦੀ 21 year ਹੋਣੀ ਚਾਹੀਦੀ ਹੈ ਮਿਨੀਮਮ ਏਜ, ਸਰਪੰਚ ਨੂੰ 21 years ਹੋਣੀ ਚਾਹੀਦੀ ਹੈ ਮਿਨੀਮਮ, ਵਿਧਾਨ ਸਭਾ ਮੈਂਬਰ ਦੀ 25 year, CM ਦੀ 25 years, ਲੋਕ ਸਭਾ ਮੈਂਬਰਸ ਦੀ 25 years, ਰਾਜ ਸਭਾ ਮੈਂਬਰ ਦੀ 30 years, ਪ੍ਰਾਈਮ ਮਿਨਿਸਟਰ ਦੀ 25 year, ਪ੍ਰੈਜ਼ੀਡੈਂਟ ਦੀ 35 years, ਵਾਈਸ ਪ੍ਰੈਜ਼ੀਡੈਂਟ ਦੀ 35 years ਅਤੇ ਗਵਰਨਰ ਦੀ ਵੀ 35 years। ਐਮਰਜੈਂਸੀ ਲਗਾਉਣ ਦੀ ਪਾਵਰ ਵੀ ਪ੍ਰੈਜ਼ੀਡੈਂਟ ਕੋਲ ਹੁੰਦੀ ਹੈ, ਇਸ ਲਈ ਆਪਾਂ ਉਹਦੇ ਨਾਲ ਕੰਟੀਨਿਊ ਕਰ ਲੈਂਦੇ ਹਾਂ ਅੱਗੇ ਵਾਲੇ ਆਰਟੀਕਲ। ਸੋ 3 type ਆਫ ਐਮਰਜੈਂਸੀ ਹੁੰਦੀ ਹੈ। ਨੈਸ਼ਨਲ ਐਮਰਜੈਂਸੀ ਜੋ ਕਿ ਆਰਟੀਕਲ 352 ਦੇ ਅੰਡਰ ਲੱਗਦੀ ਹੈ, ਸਟੇਟ ਐਮਰਜੈਂਸੀ ਜੋ ਕਿ ਆਰਟੀਕਲ 356 ਦੇ ਅੰਡਰ ਲੱਗਦੀ ਹੈ, ਫਾਈਨੈਂਸ ਐਮਰਜੈਂਸੀ ਜੋ ਆਰਟੀਕਲ 360 ਦੇ ਅੰਡਰ ਲੱਗਦੀ ਹੈ। ਸੋ ਨੈਸ਼ਨਲ ਐਮਰਜੈਂਸੀ ਇਨ ਇੰਡੀਆ ਹੈਜ਼ ਬੀਨ ਡਿਕਲੇਅਰਡ 3 times ਲੱਗੀ ਆ। 1960 ਜਦੋਂ ਇੰਡੀਆ ਚਾਈਨਾ ਦੀ ਵੋਰ ਹੋਈ ਸੀ, 1971 ਜਦੋਂ ਇੰਡੀਆ ਪਾਕਿਸਤਾਨ ਦੀ ਵੋਰ ਹੋਈ ਸੀ, ਅਤੇ 1975 ਜਦੋਂ ਇੰਟਰਨਲ ਡਿਸਟਰਬੈਂਸ ਹੋਈਆਂ ਸੀਗੀਆਂ ਉਦੋਂ। ਸੋ ਨੈਕਸਟ ਹੈ ਸਟੇਟ ਐਮਰਜੈਂਸੀ, ਇਹ ਆਲਸੋ ਕੋਲਡ ਐਜ਼ ਅ ਪ੍ਰੈਜ਼ੀਡੈਂਟ ਰੂਲ, ਇਹਨੂੰ ਪ੍ਰੈਜ਼ੀਡੈਂਟ ਰੂਲ ਵੀ ਕਹਿੰਦੇ ਆ। ਇਨ ਪੰਜਾਬ ਇਹ 8 times ਲੱਗ ਚੁੱਕੀ ਹੈ, UP ਦੇ ਵਿੱਚ 9 times ਲੱਗੀ ਹੈ, ਅਤੇ ਮੈਕਸੀਮਮ ਟਾਈਮ ਲੱਗੀ ਹੈ ਮਨੀਪੁਰ ਦੇ ਵਿੱਚ ਜੋ ਕਿ 10 times। ਫਸਟ ਟਾਈਮ ਸਟੇਟ ਐਮਰਜੈਂਸੀ ਇਨ ਪੰਜਾਬ ਜੋ ਕਿ ਪੈਪਸੂ, ਮਤਲਬ ਉਸ ਟਾਈਮ 'ਤੇ ਪੈਪਸੂ ਕਹਿੰਦੇ ਸੀਗੇ, ਇਨ 1951 'ਚ ਲੱਗੀ ਸੀ ਪੰਜਾਬ 'ਚ ਸਭ ਤੋਂ ਪਹਿਲਾਂ ਸਟੇਟ। ਨੈਕਸਟ ਹੈ ਫਾਈਨੈਂਸ਼ੀਅਲ ਐਮਰਜੈਂਸੀ, ਦਿਸ ਐਮਰਜੈਂਸੀ ਨੈਵਰ ਬੀਨ ਡਿਕਲੇਅਰ ਟਿਲ ਨਾਓ, ਮਤਲਬ ਹਜੇ ਤੱਕ ਇਹ ਐਮਰਜੈਂਸੀ ਨਹੀਂ ਲੱਗੀ ਹੈਗੀ।
ਸੋ ਸਮ ਫੈਕਟਸ ਰਿਗਾਰਡਿੰਗ ਐਮਰਜੈਂਸੀਜ਼ ਦੇ ਰਿਗਾਰਡਿੰਗ ਕੁਝ ਫੈਕਟ ਵੇਖ ਲੈਂਦੇ ਹਾਂ। ਜਦੋਂ ਵੀ ਡਿਕਲੇਅਰ ਹੁੰਦੀ ਹੈ ਐਮਰਜੈਂਸੀ, ਉਸ ਤੋਂ ਸਭ ਤੋਂ ਪਹਿਲਾਂ ਸਾਡਾ ਆਰਟੀਕਲ 19 ਸਸਪੈਂਡ ਹੋ ਜਾਂਦਾ ਆ। ਸੋ ਆਰਟੀਕਲ 20 ਅਤੇ ਆਰਟੀਕਲ 21 ਜਿਹੜਾ ਹੁੰਦਾ ਉਹ ਕਦੇ ਵੀ ਸਸਪੈਂਡ ਨਹੀਂ ਹੁੰਦਾ ਕਿਸੇ ਵੀ ਕੰਡੀਸ਼ਨ 'ਚ। ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟ ਵਾਜ਼ ਅਡੋਪਟਡ ਫਰੋਮ ਜਰਮਨੀ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਆਰਟੀਕਲ, ਜੋ ਕਿ ਆਰਟੀਕਲ 63 ਤੋਂ ਲੈ ਕੇ ਆਰਟੀਕਲ 66 ਤੱਕ ਆ। ਸੋ ਆਰਟੀਕਲ 63 ਡੀਲ ਕਰਦਾ ਹੈ ਵਾਸ ਪ੍ਰੈਜ਼ੀਡੈਂਟ ਆਫ ਇੰਡੀਆ, ਜਾਂ ਆਰਟੀਕਲ 63 ਦੇ ਅਕੋਰਡਿੰਗ ਕਹਿੰਦੇ ਆ ਦੇਅਰ ਸ਼ੈਲ ਬੀ ਅ ਵਾਈਸ ਪ੍ਰੈਜ਼ੀਡੈਂਟ ਇਨ ਇੰਡੀਆ, ਸਾਡੇ ਦੇਸ਼ ਦੇ ਵਿੱਚ ਇੱਕ ਵਾਈਸ ਪ੍ਰੈਜ਼ੀਡੈਂਟ ਹੋਣਾ ਚਾਹੀਦਾ ਹੈ। ਆਰਟੀਕਲ 64 ਡੀਲ ਕਰਦਾ ਹੈ ਵਾਈਸ ਪ੍ਰੈਜ਼ੀਡੈਂਟ ਇਜ਼ ਦ ਐਕਸ ਆਫੀਸ਼ੀਅਲ ਚੇਅਰਮੈਨ ਆਫ ਰਾਜ ਸਭਾ, ਜੋ ਕਿ ਰਾਜ ਸਭਾ ਦਾ ਚੇਅਰਮੈਨ ਹੁੰਦਾ ਆ, ਉਹੀ ਸਾਡੇ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਆ। ਉਹ ਆਰਟੀਕਲ 64 ਦੇ ਵਿੱਚ ਡੀਲ ਕੀਤਾ ਗਿਆ ਆ। ਸੋ ਵਾਈਸ ਪ੍ਰੈਜ਼ੀਡੈਂਟ ਅਡੋਪਟਡ ਫਰੋਮ USA। ਵਾਈਸ ਆਰਟੀਕਲ 66 ਡੀਲ ਕਰਦਾ ਆ ਇਲੈਕਸ਼ਨਸ ਆਫ ਵਾਈਸ ਪ੍ਰੈਜ਼ੀਡੈਂਟ ਦੇ ਨਾਲ। ਮਿਨੀਮਮ ਏਜ ਟੂ ਬਿਕੇਮ ਦਾ ਵਾਈਸ ਪ੍ਰੈਜ਼ੀਡੈਂਟ ਇਜ਼ 35 ਈਅਰਸ। ਉਸ ਤੋਂ ਬਾਅਦ ਆਪਾਂ ਇੱਕ ਹੋਰ ਪੁਆਇੰਟ ਯਾਦ ਰੱਖ ਸਕਦੇ ਹਾਂ ਕਿ ਵਾਈਸ ਪ੍ਰੈਜ਼ੀਡੈਂਟ ਰਿਜ਼ਾਈਨ ਕਰਦਾ ਪ੍ਰੈਜ਼ੀਡੈਂਟ ਨੂੰ, ਅਤੇ ਪ੍ਰੈਜ਼ੀਡੈਂਟ ਰਿਜ਼ਾਈਨ ਕਰਦਾ ਆ ਵਾਈਸ ਪ੍ਰੈਜ਼ੀਡੈਂਟ ਨੂੰ। ਆਰਟੀਕਲ 76 ਜੋ ਕਿ ਡੀਲ ਕਰਦਾ ਆ ਅਟੋਰਨੀ ਜਨਰਲ ਆਫ ਇੰਡੀਆ ਨਾਲ। ਸੋ ਇਹ ਹਾਈਐਸਟ ਆਫਿਸਰ ਆਫ ਇੰਡੀਆ ਹੁੰਦਾ ਆ, ਅਪੋਇੰਟਡ ਬਾਈ ਪ੍ਰੈਜ਼ੀਡੈਂਟ, ਰਿਜ਼ਾਈਨ ਪਲਸ ਓਥ ਬਾਈ ਪ੍ਰੈਜ਼ੀਡੈਂਟ, ਰਿਮੂਵਡ ਬਾਈ ਪ੍ਰੈਜ਼ੀਡੈਂਟ। ਰਿਟਾਇਰਮੈਂਟ ਏਜ ਇਹਦੀ 65 ਈਅਰ ਹੁੰਦੀ ਹੈ, ਜਾਂ ਫਿਰ ਇਹਦਾ ਟੈਨੁਅਰ 6 ਈਅਰ ਦਾ ਕੰਪਲੀਟ ਹੋ ਜਾਏ ਅਤੇ ਉਸ ਟਾਈਮ ਰਿਟਾਇਰ ਹੋ ਜਾਂਦਾ ਹੈ। ਅਤੇ ਸੋ ਨੈਕਸਟ ਹੈ ਆਰਟੀਕਲ 165 ਜੋ ਐਡਵੋਕੇਟ ਜਨਰਲ ਨਾਲ ਡੀਲ ਕਰਦਾ ਆ। ਹਾਈਐਸਟ ਲਾਅ ਆਫਿਸਰ ਆਫ ਸਟੇਟ ਹੁੰਦਾ ਆ। ਅਪੋਇੰਟਮੈਂਟ, ਓਥ, ਰਿਜ਼ਾਈਨ, ਰਿਮੂਵ ਗਵਰਨਰ ਤੋਂ ਕਰਦਾ ਆ। ਸੋ ਨੈਕਸਟ ਹੈ ਆਰਟੀਕਲ ਨੰਬਰ 74 ਜੋ ਕਿ ਹੈ ਐਸਟੈਬਲਿਸ਼ਮੈਂਟ ਆਫ ਕਾਊਂਸਿਲ ਆਫ ਮਿਨਿਸਟਰ that headed by prime minister to aid and advise the president। so next है article number 75 जो deal करता है the prime minister shall be appointed by the president and the other minister shall be appointed the president on the advice of prime minister। ਮਤਲਬ ਇਹ ਆ ਕਿ ਪ੍ਰਾਈਮ ਮਿਨਿਸਟਰ ਅਪੋਇੰਟ ਕੀਤਾ ਜਾਏਗਾ ਪ੍ਰੈਜ਼ੀਡੈਂਟ ਦੁਆਰਾ, ਬਟ ਬਾਕੀ ਮਿਨਿਸਟਰ ਜਿਹੜੇ ਵੀ ਅਪੋਇੰਟ ਹੋਣਗੇ ਉਹ ਪ੍ਰੈਜ਼ੀਡੈਂਟ ਦੁਆਰਾ ਹੋਣਗੇ, ਬਟ ਉਹ ਔਨ ਦਾ ਐਡਵਾਈਸ ਆਫ ਪ੍ਰਾਈਮ ਮਿਨਿਸਟਰ ਹੋਣਗੇ। ਸੋ ਪ੍ਰਾਈਮ ਮਿਨਿਸਟਰ ਦੀ ਬੇਸਿਕਲੀ ਆਪਾਂ ਵੇਖ ਲੈਂਦੇ ਹਾਂ, ਹੀ ਸ਼ੁੱਡ ਬੀ ਮੈਂਬਰ ਆਫ ਐਨੀ ਹਾਊਸ ਆਫ ਪਾਰਲੀਮੈਂਟ, ਕਿਸੇ ਵੀ ਪਾਰਲੀਮੈਂਟ ਹਾਊਸ ਦਾ ਮੈਂਬਰ ਹੋਣਾ ਚਾਹੀਦਾ ਹੈ। ਮਿਨੀਮਮ ਏਜ ਇਹਦੀ 25 ਈਅਰਸ ਹੋਣੀ ਚਾਹੀਦੀ ਹੈ। ਵੀ ਨੇ ਜਦੋਂ ਪ੍ਰਾਈਮ ਮਿਨਿਸਟਰ ਨੂੰ ਰਿਪਲੇਸ ਕੀਤਾ ਜਾਂਦਾ ਆ, ਫਸਟ ਇਹ ਆ ਕਿ ਉਹ ਖੁਦ ਹੀ ਰਿਜ਼ਾਈਨ ਕਰ ਦਿੰਦਾ ਆ ਪ੍ਰੈਜ਼ੀਡੈਂਟ ਨੂੰ, ਜਾਂ ਫਿਰ ਉਹਦੀ ਡੈਥ ਹੋ ਜਾਂਦੀ ਹੈ। ਫਿਰ ਅਬੋਲਿਸ਼ ਆਫ ਲੋਕ ਸਭਾ, ਜਾਂ ਫਿਰ ਨੋ ਕੌਨਫੀਡੈਂਸ ਮੋਸ਼ਨ। ਨੋ ਕੌਨਫੀਡੈਂਸ 3 ਪਰਸਨ ਉਹਨਾਂ ਨੂੰ ਆਪਾਂ DAV ਦੇ ਨਾਲ ਯਾਦ ਰੱਖ ਸਕਦੇ ਹਾਂ। ਫਸਟ ਸੀਗਾ HD ਦੇਵਗੌੜਾ, ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਅਤੇ VP ਸਿੰਘ। ਸੋ ਨੈਕਸਟ ਨੰਬਰ 72 ਡੀਲ ਕਰਦਾ ਆ ਪ੍ਰੈਜ਼ੀਡੈਂਟ ਕੈਨ ਗ੍ਰਾਂਟ ਪਾਰਡਨ, ਰਿਪਰੀਵ, ਰਿਸਪਰਾਈਟ ਔਰ ਰਿਮਿਸ਼ਨ ਆਫ ਪਨਿਸ਼ਮੈਂਟ ਐਂਡ ਕੈਨ ਸਸਪੈਂਡ, ਰਿਮਿਟ ਔਰ ਕਮਿਊਟ ਸੈਂਟੈਂਸ ਇਨ ਸਰਟਨ ਕੇਸਿਸ। ਮਤਲਬ ਕਿ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੁੰਦੀ ਆ ਕਿ ਉਹ ਫਾਂਸੀ ਦੀ ਸਜ਼ਾ ਨੂੰ ਵੀ ਰੋਕ ਸਕਦਾ ਆ, ਜੋ ਪਾਰਲੀਮੈਂਟ ਨਾਲ ਅਤੇ ਸਟੇਟ ਲੈਜਿਸਲੇਚਰ ਨਾਲ ਡੀਲ ਕਰਦੇ ਆ। ਆਰਟੀਕਲ ਨੰਬਰ 79 ਡੀਲ ਕਰਦਾ ਆ ਪਾਰਲੀਮੈਂਟ ਨਾਲ, ਅਤੇ ਆਰਟੀਕਲ ਨੰਬਰ 80 ਡੀਲ ਕਰਦਾ ਹੈ ਰਾਜ ਸਭਾ ਨਾਲ। ਆਰਟੀਕਲ ਨੰਬਰ 80 ਕਰਦਾ ਹੈ ਲੋਕ ਸਭਾ ਨਾਲ। ਅਤੇ ਉਵੇਂ ਹੀ ਸੇਮ ਆਰਟੀਕਲ ਨੰਬਰ 168 ਡੀਲ ਕਰਦਾ ਆ ਸਟੇਟ ਲੈਜਿਸਲੇਚਰ ਨਾਲ, ਅਤੇ ਆਰਟੀਕਲ ਨੰਬਰ 169 ਡੀਲ ਕਰਦਾ ਹੈ ਅਬੋਲਿਸ਼ਨ ਆਫ ਵਿਧਾਨ ਪਰਿਸ਼ਦ ਦੀ ਪ੍ਰੋਸੈਸ ਨਾਲ, ਜੋ ਕਿ ਪਾਰਲੀਮੈਂਟ ਦੇ ਦੁਆਰਾ ਹੁੰਦੀ ਆ। ਆਰਟੀਕਲ ਨੰਬਰ 170 ਡੀਲ ਕਰਦਾ ਆ ਵਿਧਾਨ ਸਭਾ ਨਾਲ। ਆਰਟੀਕਲ ਨੰਬਰ 171 ਡੀਲ ਕਰਦਾ ਆ ਵਿਧਾਨ ਪਰਿਸ਼ਦ ਨਾਲ। ਨੈਕਸਟ ਆਪਾਂ ਵੇਖ ਲੈਂਦੇ ਹਾਂ ਕੁਝ ਬਿੱਲ ਰਿਗਾਰਡਿੰਗ ਜੋ ਪਾਸ ਹੁੰਦੇ ਨੇ। ਆਰਟੀਕਲਸ 107, 109 ਅਤੇ 110। ਸੋ ਨੈਕਸਟ ਆਪਾਂ ਕੁਝ ਹੋਰ ਇੰਪੋਰਟੈਂਟ ਆਰਟੀਕਲਸ ਵੇਖ ਲੈਂਦੇ ਹਾਂ, ਜਿਵੇਂ ਆਰਟੀਕਲ 124 ਅਤੇ ਆਰਟੀਕਲ 214। ਇਹ ਦੋਨੇ ਸੇਮ ਵਰਡਸ ਐਕਸਚੇਂਜ ਹੋਏ ਆ, ਸੋ ਇਹਨੂੰ ਆਪਾਂ ਐਵੇਂ ਯਾਦ ਰੱਖ ਸਕਦੇ ਹਾਂ। 124 ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ, ਅਤੇ ਆਰਟੀਕਲ 214 ਐਸਟੈਬਲਿਸ਼ਮੈਂਟ ਆਫ ਹਾਈ ਕੋਰਟ। ਸੋ ਨੈਕਸਟ ਹੈ ਆਰਟੀਕਲ 125 ਜੋ ਡੀਲ ਕਰਦਾ ਹੈ ਸੈਲਰੀਜ਼ ਆਫ ਸੁਪਰੀਮ ਕੋਰਟ ਜੱਜਸ, ਜੋ ਕਿ ਇਟ ਇਜ਼ ਸੈਲਰੀ ਨੂੰ ਦਿੱਤਾ ਸੈਲਰੀ ਗਿਵਨ ਫਰੋਮ ਕੰਸੋਲੀਡੇਟਿਡ ਫੰਡਸ ਆਫ ਇੰਡੀਆ। ਅਤੇ ਜਿਹੜੀ ਸੈਲਰੀਜ਼ ਆਫ ਹਾਈ ਕੋਰਟ ਜੱਜਸ ਹੁੰਦੀ ਹੈ ਜਾਂ ਫਿਰ ਗਵਰਨਰ ਆਫ ਇੰਡੀਆ ਹੁੰਦੀ ਹੈ, ਉਹਨਾਂ ਦੀ ਵੀ ਦਿੱਤੀ ਜਾਂਦੀ ਹੈ ਕੰਸੋਲੀਡੇਟਿਡ ਫੰਡਸ ਆਫ ਸਟੇਟ, ਇਹਨਾਂ ਦੀ ਸਟੇਟ ਵਿੱਚੋਂ ਦਿੱਤੀ ਜਾਂਦੀ ਹੈ। ਅਤੇ ਸੈਲਰੀ ਆਫ ਸੁਪਰੀਮ ਕੋਰਟ ਜੱਜਸ ਦੀ ਦਿੱਤੀ ਜਾਂਦੀ ਹੈ ਕੰਸੋਲੀਡੇਟਿਡ ਫੰਡ। ਸੋ ਨੈਕਸਟ ਹੈ ਆਰਟੀਕਲ 126 ਜੋ ਕਿ ਡੀਲ ਕਰਦਾ ਹੈ ਐਕਟਿੰਗ CGI ਅਪੋਇੰਟਡ ਬਾਏ ਦਾ ਪ੍ਰੈਜ਼ੀਡੈਂਟ।
ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜਾ ਐਕਟਿੰਗ ਚੀਫ ਜਸਟਿਸ ਆਫ ਇੰਡੀਆ ਹੁੰਦਾ ਆ ਉਹ ਪ੍ਰੈਜ਼ੀਡੈਂਟ ਦੇ ਦੁਆਰਾ ਹੀ 120 ਵਿੱਚ ਦੱਸਿਆ ਗਿਆ ਕਿ ਸਾਡਾ ਇੱਕ ਐਡ ਹੋਕ ਜੱਜ ਵੀ ਹੁੰਦਾ ਆ। ਮਤਲਬ ਐਡ ਹੋਕ ਜੱਜ ਦਾ ਬੇਸਿਕਲੀ ਮਤਲਬ ਉਹ ਹੁੰਦਾ ਆ ਕਿ ਜਦੋਂ ਸੁਪਰੀਮ ਕੋਰਟ ਦੇ ਜੱਜ ਕੋਲ ਬਹੁਤ ਜ਼ਿਆਦਾ ਬਰਡਨ ਹੋਏ, ਬਹੁਤ ਜ਼ਿਆਦਾ ਕੰਮ ਹੋਏ ਅਤੇ ਉਹਨੂੰ ਵੰਡਣ ਦੇ ਲਈ ਇੱਕ ਰਿਟਾਇਰਡ ਜੱਜ ਨੂੰ ਅਪੋਇੰਟ ਕੀਤਾ ਜਾਂਦਾ ਆ ਅਤੇ ਉਹਨੂੰ ਐਡ ਹੋਕ ਜੱਜ ਕਿਹਾ ਜਾਂਦਾ ਆ। ਅਤੇ ਐਡ ਹੋਕ ਜੱਜ ਅਪੋਇੰਟਡ ਬਾਏ ਪ੍ਰੈਜ਼ੀਡੈਂਟ ਪਲੱਸ CGI। ਉਸ ਤੋਂ ਬਾਅਦ ਆ ਗਿਆ ਆਰਟੀਕਲ 148 ਜੋ ਕਿ ਹੁੰਦਾ ਆ ਕੈਗ ਨਾਲ ਕੰਪਟਰੋਲਰ ਆਡੀਟਰ ਜਨਰਲ, ਜੋ ਕਿ ਅਡੋਪਟ ਕੀਤਾ ਸੀਗਾ ਆਪਾਂ UK ਤੋਂ। ਅਤੇ ਇਹਦਾ ਮੇਨਲੀ ਕੰਮ ਹੁੰਦਾ ਆ ਕਿ ਮੈਨੇਜ ਕਰਨਾ ਅਤੇ ਕੰਟਰੋਲ ਕਰਨਾ ਆਪਣੀ ਸਪੈਂਡਿੰਗਸ ਨੂੰ। ਸੋ ਨੈਕਸਟ ਆਪਾਂ ਵੇਖ ਲੈਂਦੇ ਹਾਂ ਕੁਝ ਆਰਟੀਕਲਸ ਜੋ ਕਿ ਕੋਰਟ ਆਫ ਰਿਕਾਰਡ ਨਾਲ ਡੀਲ ਕਰਦੇ ਆ, ਜਿਵੇਂ ਕਿ ਸੁਪਰੀਮ ਕੋਰਟ ਦੇ ਨਾਲ ਡੀਲ ਕਰਦਾ ਆ ਆਰਟੀਕਲ 129 ਅਤੇ ਹਾਈ ਕੋਰਟ ਨਾਲ ਡੀਲ ਕਰਦਾ ਹੈ ਆਰਟੀਕਲ 215। ਸੋ ਨੈਕਸਟ ਵੇਖ ਲੈਂਦੇ ਹਾਂ ਆਰਟੀਕਲ 130 ਡੀਲ ਕਰਦਾ ਹੈ ਸੀਟ ਆਫ ਸੁਪਰੀਮ ਕੋਰਟ ਕੈਨ ਬੀ ਸ਼ਿਫਟਡ ਵਿਦ ਦ ਪਰਮਿਸ਼ਨ ਆਫ ਪ੍ਰੈਜ਼ੀਡੈਂਟ ਪਲੱਸ CGI। ਸੋ ਨੈਕਸਟ ਹੈ ਆਰਟੀਕਲ ਨੰਬਰ 131 ਜੋ ਕਿ ਡੀਲ ਕਰਦਾ ਹੈ ਜੂਰਿਸਡਿਕਸ਼ਨ ਆਫ ਸੁਪਰੀਮ ਕੋਰਟ ਨਾਲ, ਜੋ ਕਿ ਮੇਨਲੀ ਇਹ ਡੀਲ ਕਰਦਾ ਆ ਕਿ ਜੋ ਵੀ ਉਹਨਾਂ ਵਿੱਚ ਡਿਸਪਿਊਟਸ ਹੁੰਦੇ ਨੇ ਉਹਨਾਂ ਨੂੰ ਕਿਵੇਂ ਹੈਂਡਲ ਕਰਨਾ ਆ। ਜਿਵੇਂ ਕਿ ਸਟੇਟ ਵਰਸਸ ਸਟੇਟ ਹੋ ਜਾਏ ਉਹਨਾਂ ਨੂੰ ਹੈਂਡਲ ਕਰਨਾ, ਸਟੇਟ ਵਰਸਸ ਸੈਂਟਰ ਹੋ ਜਾਏ ਉਹਨੂੰ ਹੈਂਡਲ ਕਰਨਾ, ਵਾਈਸ ਪ੍ਰੈਜ਼ੀਡੈਂਟ ਨੂੰ ਕੋਈ ਵੀ ਇਲੈਕਸ਼ਨ ਰਿਲੇਟਡ ਡਿਸਪਿਊਟ ਹੋ ਜਾਏ ਉਹਨਾਂ ਨੂੰ ਹੈਂਡਲ ਕਰਨਾ। ਸੋ ਇਹੀ ਕੰਮ ਹੁੰਦਾ ਇਹਦੇ ਵਿੱਚ ਆਰਟੀਕਲ 131 ਦੇ ਵਿੱਚ। ਸੋ ਨੈਕਸਟ ਹੈ ਆਰਟੀਕਲ 143 ਜੋ ਡੀਲ ਕਰਦਾ ਹੈ ਐਡਵਾਈਜ਼ਰੀ ਜੂਰਿਸਡਿਕਸ਼ਨ ਨਾਲ। ਅਤੇ ਇਹਦੇ ਵਿੱਚ ਦੱਸਿਆ ਹੋਇਆ ਹੈ ਕਿ ਮੇਨਲੀ ਕਿ ਰਾਸ਼ਟਰਪਤੀ ਨੂੰ ਕਾਨੂੰਨੀ ਮਸਲੇ ਵਿੱਚ ਜੋ ਵੀ ਸੁਪਰੀਮ ਕੋਰਟ ਸਲਾਹ ਦੇਣਾ ਚਾਹੁੰਦਾ ਹੋਏਗਾ ਉਹ ਦੇ ਸਕਦਾ ਆ, ਭਾਵੇਂ ਉਹ ਮੰਨੇ ਨਾ ਮੰਨੇ, ਉਹ ਉਹਨਾਂ ਦੀ ਮਰਜ਼ੀ ਹੁੰਦੀ ਹੈ। ਸੋ ਨੈਕਸਟ ਆ ਪਾਰਟ 9 ਜੋ ਕਿ ਡੀਲ ਕਰਦਾ ਆ ਪੰਚਾਇਤੀ ਰਾਜ ਨਾਲ, ਜਿਹਦੇ ਅੰਦਰ ਆਰਟੀਕਲ 243 ਤੋਂ ਲੈ ਕੇ ਆਰਟੀਕਲ 243 ਪਾਰਟ 9A ਜੋ ਮਿਊਨਸਿਪੈਲਿਟੀਜ਼ ਨਾਲ ਡੀਲ ਕਰਦਾ ਆ, ਜਿਹਦੇ ਅੰਦਰ ਆਰਟੀਕਲ 243P ਤੋਂ ਲੈ ਕੇ ਆਰਟੀਕਲ 243ZG ਤੱਕ ਆ। ਸੋ 9B ਜੋ ਕੋਆਪਰੇਟਿਵ ਸੁਸਾਇਟੀਜ਼ ਨਾਲ ਡੀਲ ਕਰਦਾ ਆ, ਜੋ ਆਰਟੀਕਲ 243ZG ਤੋਂ ਲੈ ਕੇ 243ZT ਤੱਕ ਆ। ਸੋ ਨੈਕਸਟ ਇਹ ਆ ਪਾਰਟ 10 ਜੋ ਡੀਲ ਕਰਦਾ ਹੈ ਸ਼ਡਿਊਲ ਏਰੀਆਜ਼ ਐਂਡ ਸ਼ਡਿਊਲ ਟਰਾਈਬਸ ਨਾਲ। ਸੋ ਇਹਦੇ ਅੰਦਰ ਆਰਟੀਕਲ 244 ਤੋਂ ਅਤੇ 244A ਤੱਕ ਆ। ਅਤੇ ਆ ਪਾਰਟ 11 ਜੋ ਕਿ ਡੀਲ ਕਰਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਸੈਂਟਰ ਐਂਡ ਸਟੇਟ, ਜਿਹਦੇ ਆਰਟੀਕਲ 245 ਤੋਂ ਲੈ ਕੇ ਆਰਟੀਕਲ 263 ਤੱਕ। ਜਿਹੜਾ ਆਰਟੀਕਲ 263 ਆ ਉਹ ਡੀਲ ਕਰਦਾ ਹੈ ਇੰਟਰ ਸਟੇਟ ਕਾਊਂਸਿਲ ਨਾਲ। ਇਸੀ ਬਾਈ ਸਕਾਰੀਆ ਕਮਿਸ਼ਨ ਇਨ ਡੀਲ ਕਰਦਾ ਹੈ ਫਾਈਨੈਂਸ ਐਂਡ ਪ੍ਰੋਪਰਟੀ ਨਾਲ, ਜਿਹਦੇ ਅੰਦਰ 264 ਤੋਂ ਲੈ ਕੇ 300A ਤੱਕ ਆਰਟੀਕਲਸ ਆਉਂਦੇ ਨੇ। ਸੋ ਨੈਕਸਟ ਆਪਾਂ ਦੇਖ ਲੈਂਦੇ ਹਾਂ ਆਰਟੀਕਲ 266 ਜੋ ਕਿ ਕੰਸੋਲੀਡੇਟਡ ਫੰਡਸ ਆਫ ਇੰਡੀਆ ਨਾਲ ਡੀਲ ਕਰਦਾ ਆ, ਅਤੇ ਇਹਦਾ ਅਧਿਕਾਰ ਪਾਰਲੀਮੈਂਟ ਕੋਲ ਹੁੰਦਾ ਆ। ਸੋ ਨੈਕਸਟ ਆ ਆਰਟੀਕਲ 267 ਜੋ ਕਿ ਕੰਟੀਜੈਂਸੀ ਫੰਡ ਆਫ ਇੰਡੀਆ ਨਾਲ ਡੀਲ ਕਰਦਾ ਆ, ਅਤੇ ਇਹਨੂੰ ਆਪਾਂ ਐਮਰਜੈਂਸੀ ਫੰਡ ਵੀ ਕਹਿੰਦੇ ਹਾਂ, ਅਤੇ ਇਹਦਾ ਵੀ ਅਧਿਕਾਰ ਫੰਡ ਦਾ ਅਧਿਕਾਰ ਪ੍ਰੈਜ਼ੀਡੈਂਟ ਕੋਲ ਹੁੰਦਾ ਆ। ਅਤੇ ਨੈਕਸਟ ਆ ਆਰਟੀਕਲ 300A ਜੋ ਕਿ ਹੈ ਰਾਈਟ ਟੂ ਪ੍ਰੋਪਰਟੀ, ਜੋ ਕਿ ਸਾਡਾ ਫੰਡਾਮੈਂਟਲ ਰਾਈਟ ਆ ਅਤੇ ਉਹ ਬਣ ਗਿਆ ਬਾਅਦ ਵਿੱਚ ਲੀਗਲ ਰਾਈਟ ਅੰਡਰ 44th ਅਮੈਂਡਮੈਂਟ ਜਿਹੜੀ ਕਿ 1978 ਦੇ ਵਿੱਚ ਹੋਈ ਸੀਗੀ ਡਿਊਰਿੰਗ ਦਾ ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ। ਸੋ ਨੈਕਸਟ ਇਹ ਆਰਟੀਕਲ 280 ਜੋ ਮੇਨਲੀ ਡੀਲ ਕਰਦਾ ਆ ਫਾਈਨੈਂਸ ਕਮਿਸ਼ਨ ਨਾਲ, ਅਤੇ ਫਾਈਨੈਂਸ ਕਮਿਸ਼ਨ ਡਿਵਾਈਡ ਕਰਦਾ ਹੈ ਟੈਕਸ ਮਨੀ ਨੂੰ ਬਿਟਵੀਨ ਸੈਂਟਰ ਐਂਡ ਸਟੇਟਸ। ਅਤੇ ਫਾਈਨੈਂਸ ਕਮਿਸ਼ਨ ਨੂੰ ਅਪੋਇੰਟ ਓਥ ਰਿਜ਼ਾਈਨ ਕੌਣ ਕਰਦਾ ਹੈ ਪ੍ਰੈਜ਼ੀਡੈਂਟ, ਟੈਨਰ ਹੁੰਦਾ ਉਹਦਾ 5 years ਦਾ। ਅਤੇ ਫਸਟ ਨੈਕਸਟ ਹੈ ਪਾਰਟ 14 ਜੋ ਕਿ ਹੈ ਸਰਵਿਸਿਜ਼ ਰਿਲੇਟਡ, ਅਤੇ ਇਹ ਤੋਂ ਲੈ ਕੇ 328 ਤੱਕ। ਸੋ ਆਰਟੀਕਲ 315 ਤੋਂ ਲੈ ਕੇ 323 UPSC ਨਾਲ ਰਿਲੇਟਡ ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਨਾਲ। ਅਤੇ ਮਲਟੀਪਲ ਮੈਂਬਰ ਬੋਡੀ ਹੁੰਦੀ ਹੈ ਇਹ, ਮੈਂਬਰਸ ਐਂਡ ਚੇਅਰਮੈਨ ਆਫ UPSC ਅਪੋਇੰਟਡ ਰਿਜ਼ਾਈਨ ਰਿਮੂਵ ਬਾਏ ਪ੍ਰੈਜ਼ੀਡੈਂਟ ਦੇ ਦੁਆਰਾ ਹੀ ਰਿਮੂਵ ਹੁੰਦੇ ਨੇ, ਅਪੋਇੰਟ ਹੁੰਦੇ। ਸੋ ਨੈਕਸਟ ਆ ਪਾਰਟ 15 ਜੋ ਕਿ ਡੀਲ ਕਰਦਾ ਹੈ ਇਲੈਕਸ਼ਨਸ ਨਾਲ, ਜਿਹਦੇ ਅੰਦਰ ਆਉਂਦੇ ਨੇ ਆਰਟੀਕਲ 324 ਤੋਂ ਲੈ ਕੇ ਆਰਟੀਕਲ 329A। ਆਰਟੀਕਲ 324 ਡੀਲ ਕਰਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ, ਜੋ ਕਿ ਐਸਟੈਬਲਿਸ਼ ਹੋਇਆ ਸੀਗਾ 25 ਜਨਵਰੀ 1950। ਅਤੇ 25 ਜਨਵਰੀ ਨੂੰ ਇਸੇ ਲਈ ਹੀ ਵੋਟਰਸ ਡੇ ਵੀ ਮਨਾਇਆ ਜਾਂਦਾ ਆ। ਅਤੇ ਇੱਕ ਮਲਟੀ ਮੈਂਬਰ ਬੋਡੀ ਹੁੰਦੀ ਹੈ ਜਿਹਦੇ ਅੰਦਰ 3 ਮੈਂਬਰਸ ਹੁੰਦੇ ਨੇ। ਸੋ ਨੈਕਸਟ ਹੈ ਪਾਰਟ 16 ਜੋ ਡੀਲ ਕਰਦਾ ਹੈ ਪ੍ਰੋਵੀਜ਼ਨ ਰਿਗਾਰਡਿੰਗ ਸਰਟਨ ਕਲਾਸਿਸ, ਜਿਵੇਂ ਕਿ SC ST ਜਾਂ BC ਰਿਲੇਟਡ ਕੋਈ ਵੀ ਇਸ਼ੂਜ਼ ਹੁੰਦੇ ਆ ਉਹ ਇਹਦੇ ਵਿੱਚ ਹੁੰਦੇ ਆ। ਆਰਟੀਕਲ 330 ਤੋਂ ਲੈ ਕੇ ਆ ਇਹਦੇ ਵਿੱਚ
ਤੇ ਆਰਟੀਕਲ 330 ਡੀਲ ਕਰਦਾ ਹੈ ਰਿਜ਼ਰਵੇਸ਼ਨ ਆਫ SC/ST ਇਨ ਲੋਕ ਸਭਾ, ਜੋ ਕਿ 84 ਸੀਟਸ ਹੁੰਦੀਆਂ ਨੇ SC ਦੀਆਂ ਤੇ 47 ਸੀਟ ਹੁੰਦੀਆਂ ਨੇ ST ਦੀਆਂ, ਜੋ ਕਿ ਰਿਜ਼ਰਵ ਹੁੰਦੀਆਂ ਨੇ। ਉਸ ਤੋਂ ਬਾਅਦ ਆ ਗਿਆ ਆਰਟੀਕਲ 331 ਜੋ ਕਿ ਐਂਗਲੋ ਇੰਡੀਅਨ ਰਿਜ਼ਰਵੇਸ਼ਨ ਨਾਲ ਡੀਲ ਕਰਦਾ ਆ, ਜਿਹਦੇ ਵਿੱਚ 2 ਸੀਟਸ ਹੁੰਦੀਆਂ ਨੇ। ਉਸ ਤੋਂ ਬਾਅਦ ਆ ਗਿਆ ਆਰਟੀਕਲ 332 ਜੋ ਕਿ ਇਨ ਵਿਧਾਨ ਸਭਾ ਹੁੰਦੀ ਹੈ ਤੇ SC/ST ਰਿਜ਼ਰਵ ਸੀਟ ਹੁੰਦੀਆਂ ਨੇ ਇਹਦੇ ਵਿੱਚ ਵੀ। ਸੋ ਨੈਕਸਟ ਹੈ ਆਰਟੀਕਲ 338B ਜੋ ਕਿ ਰਿਲੇਟ ਹੁੰਦਾ ਆ ਵਿਦ ਓਪਨ, ਜੋ ਕਿ ਡੀਲ ਕਰਦਾ ਆ, ਜੋ ਕਿ ਰਿਲੇਟਡ ਟੂ ਲੈਂਗੁਏਜਸ ਹੁੰਦੀ ਹੈ। ਤੇ ਆਰਟੀਕਲ 343 ਤੋਂ ਲੈ ਕੇ 351 ਤੱਕ ਹੁੰਦਾ ਆ। ਤੇ ਇਨ ਸਟਾਇਆ ਸੀਗਾ ਸਾਡਾ ਕੌਨਸਟੀਟਿਊਸ਼ਨ ਉਦੋਂ 14 ਸੀਗੀਆਂ ਤੇ ਐਟ ਪ੍ਰੈਜ਼ੈਂਟ ਸਾਡੇ ਕੋਲ 22 ਨੇ ਬਾਏ ਲੋਟਸ ਆਫ ਅਮੈਂਡਮੈਂਟਸ। ਤੇ 15 ਲੈਂਗੁਏਜਸ ਐਡ ਹੋਈ ਸੀਗੀ, ਉਹ ਸੀਗੀ ਸਾਡੀ ਸਿੰਧੀ। ਤੇ ਉਸ ਤੋਂ ਬਾਅਦ 71st ਅਮੈਂਡਮੈਂਟ ਦੇ ਨਾਲ ਐਡ ਹੋਈਆਂ ਸੀਗੀਆਂ 3। ਤੇ ਉਸ ਤੋਂ ਬਾਅਦ 4 ਲੈਂਗੁਏਜਸ ਹੋਰ ਐਡ ਹੋਈਆਂ ਸੀਗੀਆਂ ਜੋ ਕਿ 92nd ਅਮੈਂਡਮੈਂਟ ਦੇ ਵਿੱਚ। ਮੈਂ ਇਹਨੂੰ ਇੰਨਾ ਜ਼ਿਆਦਾ ਬਰੀਫਲੀ ਨਹੀਂ ਇਲੈਬੋਰੇਟ ਕਰਨ ਦੀ, ਕਿਉਂਕਿ ਆਪਾਂ ਪਿਛਲੀ ਜਿਹੜੀ ਰਿਵੀਜ਼ਨ ਵੀਡੀਓ ਸੀਗੀ ਉਹਦੇ ਵਿੱਚ ਆਪਾਂ ਆਲਰੇਡੀ ਇਹਦੇ ਰਿਗਾਰਡਿੰਗ ਪੂਰਾ ਓਫੀਸ਼ੀਅਲ ਲੈਂਗੁਏਜਸ ਦੇ ਵਿੱਚ ਪੜ੍ਹ ਲਿਆ ਸੀਗਾ ਆਪਾਂ। ਸੋ ਇੱਥੇ ਆਪਾਂ ਆਪਣੇ ਮੇਨ ਜਿਹੜੇ ਇੰਪੋਰਟੈਂਟ ਆਰਟੀਕਲ ਸੀਗੇ ਕੰਪਲੀਟ ਕਰ ਲਏ ਆ। ਸੋ ਦੈਟ ਇਜ਼ ਇਟ ਫॉर ਟੂਡੇ। ਥੈਂਕ ਯੂ ਸੋ ਮਚ।